ਸੁਭਾਏਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ। ਅੱਜ ਦੇ ਮੁੱਖ ਵਾਕ ਦੀ ਬਖਸ਼ਿਸ਼ ਸ੍ਰੀ ਗੁਰੂ ਰਾਮਦਾਸ ਸੱਚੇ ਪਿਤਾ ਜੀ ਨੇ ਰਾਗ ਸੂਹੀ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀਆਂ ਦੇ ਪਾਵਨ ਅੰਗ 733 ਅਤੇ 34 ਉੱਪਰ ਅੱਜ ਦਾ ਮੁੱਖ ਵਾਕ ਸੁਭਾਏਮਾਨ ਹੈ। ਲੰਮੇਰਾ ਮੁੱਖ ਵਾਕ ਹੈ। ਆਓ ਆਪਾਂ ਸਤਿਗੁਰੂ ਜੀ ਦੇ ਆਏ ਹੋਏ ਬਚਨਾਂ ਦੇ ਵਿਚਾਰ ਦੇ ਨਾਲ ਜੁੜਨਾ ਕਰੀਏ। ਆਪ ਸੰਗਤ ਅਸੀਸ ਬਖਸ਼ੋ। ਸਤਿਗੁਰੂ ਗੁਰੂ ਰਾਮਦਾਸ ਜੀ ਆਪ ਪਵਿੱਤ ਵਰਤ ਕੇ ਆਪਣੇ ਆਏ ਹੋਏ ਸ਼ਬਦ ਦੇ ਵਿਚਾਰ ਦੀ ਸੇਵਾ ਲੈਣ। ਫਤਿਹ ਬੁਲਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ। ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਨੇ ਅੱਜ ਜੋ ਰਾਗ ਬਖਸ਼ਿਸ਼ ਕੀਤਾ, ਇਹ ਰਾਗ ਨੂੰ ਗੁਰਮਤ ਦੇ ਅੰਦਰ ਸੰਗੀਤ ਦੇ ਅੰਦਰ ਮਿਲਾਪ ਦੇ ਰਾਗ ਵਜੋਂ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸ ਰਾਗ ਦੇ ਅੰਦਰ ਸਤਿਗੁਰੂ ਨੇ ਸਰੀਰਕ ਮਿਲਾਪ ਤੇ ਆਤਮਿਕ ਮਿਲਾਪ ਦੇ ਲਈ ਲਾਵਾਂ ਦਾ ਪਾਠ ਉਚਾਰਨ ਕੀਤਾ। ਸੁਹਾਗਣ ਦੇ ਸ਼ਬਦ ਗਾਏ ਨੇ ਤੇ ਉਹ ਧਨ ਰੂਪੀ ਦਾਜ ਗੁਰੂ ਅਮਰਦਾਸ ਸੱਚੇ ਪਿਤਾ ਜੀ ਜੋ ਰਿਸ਼ਤੇ ਵਿੱਚ ਸਤਿਗੁਰੂ ਦੇ ਸਹੁਰਾ ਜੀ ਬਣਦੇ ਆ, ਬੀਬੀ ਭਾਨੀ ਜੀਆਂ ਨਾਲ ਮਿਲ ਕੇ ਇਹ ਦਾਜ ਮੰਗਦੇ। ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ। ਕਿਉਂਕਿ ਹਰ ਧੀ ਜਦੋਂ ਆਪਣੇ ਬਾਬਲ ਦੇ ਘਰੋਂ ਪਤੀ ਦੇ ਵਿਹੜੇ ਵਿੱਚ ਜਾ ਕੇ ਉਹਦੇ ਆਂਗਣ ਦਾ ਸ਼ਿੰਗਾਰ ਬਣਦੀ ਹੈ ਤੇ ਇੱਕ ਚੱਲਿਆ ਆਇਆ ਸ਼ੁਰੂ ਤੋਂ ਕਿ ਆਪਣੇ ਮੁਤਾਬਕ ਜੋ ਹੈ ਉਹ ਚੰਗੇ ਗੁਣ ਚੰਗੇ ਸੰਸਕਾਰ ਜਾਂ ਧਨ ਪਦਾਰਥ ਵੱਡੇ ਵੱਡੇ ਰਾਜੇ ਜ਼ਮੀਂਦਾਰ ਸਰਦਾਰ ਇਹ ਸਾਰੇ ਦਿੰਦੇ ਰਹੇ। ਸਤਿਗੁਰੂ ਨੇ ਵੀ ਕਿਹਾ ਸੀ ਧੀਏ ਤੈਨੂੰ ਕਿਹੜਾ ਦਾਜ ਚਾਹੀਦਾ। ਤੇ ਫਿਰ ਇੱਥੇ ਕਹਿੰਦੇ ਆ ਦੋਨੋਂ ਹੱਥ ਜੋੜ ਕੇ ਗੁਰੂ ਰਾਮਦਾਸ ਜੀ ਨੇ ਤੇ ਬੀਬੀ ਭਾਨੀ ਜੀ ਨੇ ਉਹ ਮੰਗਿਆ ਸੀ, ਸਤਿਗੁਰੂ ਸਾਡੀ ਝੋਲੀ ਵਿੱਚ ਦੁਨੀਆ ਦਾ ਦਾਜ ਨਾ ਪਾਇਓ, ਦੁਨੀਆ ਦਾ ਧਨ ਨਾ ਪਾਇਓ, ਦੁਨੀਆ ਦਾ ਕੱਪੜਾ ਨਾ ਪਾਇਓ, ਕਿਉਂਕਿ ਤੁਹਾਡੇ ਵੱਲੋਂ ਦੁਨੀਆ ਦਾ ਦਿੱਤਾ ਦਾਜ ਤਨ ਤੇ ਪਹਿਨਣ ਵਾਲੇ ਕੱਪੜੇ ਮਿਲਿਆ ਧਨ ਤਾਂ ਸਤਿਗੁਰੂ ਪਿਤਾ ਜੀ ਇਹ ਮਰ ਖੱਪ ਜਾਣਾ। ਸਮੇਂ ਨਾਲ ਤਨ ਤੇ ਪਾਏ ਵਸਤਰ ਵੀ ਘਸ ਪਿੱਟ ਜਾਣੇ। ਤੁਸੀਂ ਕਿਰਪਾ ਕਰਕੇ ਸਾਨੂੰ ਨਾਮ ਦਾ ਕੱਪੜਾ ਦਿਓ, ਨਾਮ ਦੀ ਸ਼ੋਭਾ ਦਿਓ ਤੇ ਨਾਮ ਦਾ ਦਾਜ ਦਿਓ। ਇਹੋ ਜਿਹਾ ਦਾਜ ਸਾਡੀ ਝੋਲੀ ਪਾਓ ਜਿਹੜਾ ਸਾਡੇ ਲੋਕ ਵੀ ਨਾ ਮੁੱਕੇ ਤੇ ਪਰਲੋਕ ਵੀ ਕੰਮ ਆਵੇ। ਸੋ ਸਾਧ ਸੰਗਤ ਜਿੱਥੇ ਤਿੰਨ ਭੱਬਿਆਂ ਦੀ ਦਾਤ ਬਖਸ਼ਿਸ਼ ਹੁੰਦੀ, ਉੱਥੇ ਗੁਰੂ ਅਮਰਦਾਸ ਜੀ ਤਰੁੱਠ ਕੇ ਨਾਮ ਦੀ ਦਾਤ ਸਤਿਗੁਰੂ ਜੀ ਝੋਲੀ ਪਾਉਂਦੇ। ਕਿ ਅੱਗੇ ਨਾਮ ਨਹੀਂ ਸੀ ਜਪਦੇ ਗੁਰੂ ਰਾਮਦਾਸ ਜਾਂ ਬੀਬੀ ਭਾਨੀ, ਉਹ ਤਾਂ ਸੇਵਾ ਕਰਦੇ ਰਹੇ। ਬੀਬੀ ਭਾਨੀ ਜੀ ਉਹ ਸੱਚ ਐਵੇਂ ਇੱਕ ਧੀਏ ਜਿਨ੍ਹਾਂ ਨੇ ਸੋਢੀਆਂ ਦੇ ਕੁਲ ਦੇ ਅੰਦਰ ਹੀ ਗੁਰਤਾ ਗੱਦੀ ਨੂੰ ਇਸ ਕਰਕੇ ਰੱਖ ਲਿਆ ਕਿ ਆਉਣ ਵਾਲੇ ਸਮੇਂ 'ਚ ਜੋ ਝੱਖੜ ਝੁੱਲਣੇ ਸੀ, ਜਿਵੇਂ ਦਸਵੇਂ ਜਾਮੇ 'ਚ ਜਾ ਕੇ 4 ਪੁੱਤ ਵਾਰਨੇ ਸੀ, ਜਿਵੇਂ ਤੱਤੀਆਂ ਤਵੀਆਂ ਤੇ ਬਹਿ ਕੇ ਸੋਹਲੇ ਗਾਣੇ ਸੀ, ਜਿਵੇਂ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣਾ ਸੀਸ ਧੜ ਨਾਲੋਂ ਜੁਦਾ ਕਰਾਉਣਾ ਸੀ, ਇਹ ਕੋਈ ਹੋਰ ਨਹੀਂ ਸੀ ਜਰ ਸਕਦਾ। ਹੋਰਸ ਅਜਰ ਨਾ ਜਰਿਆ ਜਾਵੇ। ਇਸ ਕਰਕੇ ਫਿਰ ਘਰ ਹੀ ਕੀ ਬਾਤ ਕਰਿਆ ਰਖਾਵੇ। ਬੀਬੀ ਭਾਨੀ ਜੀ ਸੇਵਾ ਕਰਨ ਤੋਂ ਬਾਅਦ ਇਹ ਦਾਤ ਲੈਂਦੇ ਆ, ਕਿਉਂਕਿ ਦਾਤ ਜੋਤ ਖਸਮੈ ਵਡਿਆਈ। ਗੁਰੂ ਰਾਮਦਾਸ ਸੱਚੇ ਪਿਤਾ ਸਤਿਗੁਰੂ ਬਣਦੇ ਨੇ। ਸਤਿਗੁਰੂ ਬਣਨ ਤੋਂ ਬਾਅਦ ਤੁਰ ਕੀ ਬਾਣੀ ਉਚਾਰਦੇ ਆ। ਸੱਚੇ ਪਿਤਾ ਮਹਾਰਾਜ ਨੇ ਪ੍ਰੇਮ ਭਾਉ ਸਹਿਜ ਤੇ ਹੁਕਮ ਰੂਪੀ ਵੀ ਸ਼ਬਦ ਉਚਾਰਨ ਕੀਤੇ। ਤਾੜਨਾ ਰੂਪੀ ਵੀ ਜੇ ਆਪਣੇ ਪੁੱਤ ਨੂੰ ਬਾਗੀ ਹੁੰਦਾ ਵੇਖਿਆ, ਭੈੜੀ ਸੰਗਤ 'ਚ ਤੇ ਹਉਮੈ ਹੰਕਾਰ 'ਚ ਡੁੱਬਿਆ ਵੇਖਿਆ ਤੇ ਸਤਿਗੁਰੂ ਨੇ ਉਹਨਾਂ ਪਰਥਾਏ ਵੀ ਬਚਨ ਉਚਾਰੇ। ਗੁਰੂ ਜੀ ਅੱਜ ਕਿਰਪਾ ਕਰਦੇ ਨੇ। ਜਿੱਥੈ ਹਰ ਅਰਾਧੀ ਹੈ ਤਿੱਥੈ ਹਰ ਮਿੱਤ ਸਹਾਈ। ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਜਿੱਥੇ ਵੀ ਵਾਹਿਗੁਰੂ ਜੀ ਨੂੰ ਉਹਨਾਂ ਦੇ ਜਪਣ ਵਾਲੇ ਪ੍ਰੇਮੀ ਸਿੱਖ ਗੁਰਸਿੱਖ ਜੀਵ ਯਾਦ ਕਰਨ, ਵਾਹਿਗੁਰੂ ਜੀ ਉੱਥੇ ਹੀ ਉਹਨਾਂ ਦਾ ਸਹਾਈ ਹੁੰਦਾ। ਇਹਦੇ ਵਿੱਚ ਦੋ ਗੱਲਾਂ ਬੜੀਆਂ ਜ਼ਰੂਰੀ ਨੇ। ਪਹਿਲੀ ਗੱਲ ਕਿ ਇਹ ਯਕੀਨ ਹੋਵੇ ਬਲਿਹਾਰੀ ਕੁਦਰਤ ਵਸਿਆ। ਪਹਿਲੀ ਗੱਲ ਇਹ ਯਕੀਨ ਕਰਨਾ ਕਿ ਅਸੀਂ
संसार दे किसे कोने च जाइए, घट घट मैं हर जू वसै, संतन कहियो पुकार। जिन्हों बाणी कहती है, जै जै पेखूं तै हजूर, दूर कतो ना जाई। ਜਾਂ ਅਸੀਂ ਸਤਿਗੁਰੂ ਜੀ ਦਾ ਵਚਨ ਪੜ੍ਹਦੇ ਹਾਂ, ਵੇਦ ਕਤੇਬ ਸੰਸਾਰ ਹੱਬਾ ਹੂੰ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ। ਕਿ ਪਹਿਲਾਂ ਇਹ ਹੈ ਨਾ, ਸਤਵੇਂ ਸਮਾਨ ਤੇ ਨਾ ਮੰਨੀਏ, ਕੱਲਾ ਗੁਰਦੁਆਰਿਆਂ ਮੰਦਿਰਾਂ ਮਸੀਤਾਂ ਚ ਨਾ ਮੰਨੀਏ, ਪਰਮਾਤਮਾ ਨੂੰ ਜਰੇ ਜਰੇ ਚ ਵਸਦਾ ਜਾਣੀਏ। ਫਿਰ ਦੂਜੀ ਬੇਨਤੀ, ਕੇਵਲ ਵਸਦਾ ਨਾ ਜਾਣੀਏ। ਗੁਰੂ ਜੀ ਕਹਿੰਦੇ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਸਤਿਗੁਰੂ ਮੈਂ ਜਿੱਥੇ ਜਾਵਾਂ, ਜਿਸ ਕੋਨੇ 'ਚ ਜਾਵਾਂ, ਜਿਸ ਦੇਸ਼ ਪ੍ਰਦੇਸ਼ ਜਾ ਕੇ ਤੈਨੂੰ ਜਪਾਂ, ਤੇਰੇ ਆਸਰੇ ਜ਼ਿੰਦਗੀ ਭੋਗਾਂ, ਪਰਮਾਤਮਾ ਸੱਚ ਏਵੇਂ ਤੂੰ ਮੇਰੀ ਹਰ ਥਾਂ ਮਦਦਗਾਰ ਹੈ। ਹੁਣ ਦੇਖੋ ਇੱਥੇ ਤਾਂ ਮਹਾਰਾਜ ਨੇ ਕਿਹਾ, ਜਿੱਥੇ ਹਰ ਅਰਾਧੀ ਹੈ, ਤੇ ਜਿੱਥੇ ਦੀ ਸੀਮਾ ਕੇਵਲ ਜਿਉਂਦਿਆਂ ਜੀ ਨਹੀਂ, ਮਰਨ ਤੋਂ ਬਾਅਦ ਵੀ ਨਾਲ ਲੈ ਕੇ ਚੱਲੋ। ਕੇਵਲ ਦਿਸਦਾ ਸੰਸਾਰ ਨਹੀਂ, ਅਣਦਿਸਦੇ ਸੰਸਾਰ 'ਚ ਵੀ ਵਾਹਿਗੁਰੂ ਜੀ ਨੂੰ ਜਪਣ ਵਾਲਿਆਂ ਦਾ ਵਾਹਿਗੁਰੂ ਜੀ ਮਦਦਗਾਰ ਹੁੰਦਾ। ਤਾਂ ਹੀ ਤਾਂ ਅਸੀਂ ਇਹ ਪੌੜੀ ਦਾ ਪਾਠ ਕਰਦੇ ਹਾਂ, ਤਿੱਥੈ ਤੂੰ ਸਮਰੱਥ ਜਿੱਥੇ ਕੋਈ ਨਾ ਹੈ। ਜਿੱਥੇ ਦੁਨੀਆ ਦੀ, ਬਾਬਿਆਂ ਦੀ, ਡੰਬੀ ਗੁਰੂਆਂ ਦੀ, ਧਨ ਪਦਾਰਥਾਂ ਦੀ ਵਾਹ ਨਹੀਂ ਚੱਲਦੀ, ਉੱਥੇ ਸੱਚ ਵੀ ਗੁਰੂ ਨਾਨਕ ਦਾ ਦਿੱਤਾ ਹੋਇਆ ਮੰਤਰ, ਸ਼ਬਦ, ਗੁਰੂ ਕੀ ਬਾਣੀ ਸੇਵਾ, ਚੰਗੇ ਅਮਲ ਕੀਤੇ ਹੋਏ ਮੇਰੇ ਸਤਿਗੁਰੂ ਜੀ ਕਹਿੰਦੇ, ਉੱਥੇ ਗੁਰੂ ਨਾਨਕ ਗਵਾਹ ਬਣ ਕੇ ਛਡਾ ਦਿੰਦੇ। ਕਿਉਂਕਿ ਇਹ ਸਤਿਗੁਰੂ ਪਿਤਾ ਦੇ ਅੰਦਰ ਗੁਰੂ ਜੀ ਨੇ ਬਖਸ਼ਿਸ਼ ਜਿਹੜੀ ਉਹ ਪਾਈ ਆ ਕਿ ਤਿੱਥੈ ਤੂੰ ਸਮਰੱਥ ਜਿੱਥੇ ਕੋਈ ਨਾਹੇ, ਉਥੇ ਤੇਰੀ ਰਾਖ ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਸਤਿਗੁਰੂ ਪਿਤਾ ਜੀ ਨੇ ਅੱਜ ਸਾਨੂੰ ਪਹਿਲੀ ਤੁਕ 'ਚ ਇਹ ਦਾਤ ਪਾਈ ਆ। ਗੁਰੂ ਤੇਗ ਬਹਾਦਰ ਜੀ ਦੇ ਆਪਾਂ ਉਹ 2 ਸ਼ਲੋਕ ਇੱਥੇ ਕਿ ਜਿੱਥੇ ਹਰ ਅਰਾਧੀ ਹੈ, ਤਿੱਥੇ ਹਰ ਮਿੱਤ ਸਹਾਈ। ਮਿੱਤ ਦੇ ਅਰਥ ਨੇ ਉਹ ਮਿੱਤਰ ਬਣ ਕੇ ਸਹਾਈ ਹੁੰਦਾ। ਅਕਸਰ ਜਦੋਂ ਅਸੀਂ ਜਵਾਨੀ ਚੁੰਨੇ ਆ, ਫਿਰ ਬਹੁਤੇ ਸੱਜਣ ਤੇ ਮਿੱਤਰ ਬਣਾਉਂਦੇ ਆ, ਤੇ ਜਦੋਂ ਔਖੀ ਭਾਰੀ ਪੈਂਦੀ ਆ, ਕਈ ਵਾਰੀ ਮਿੱਤਰ ਘਰਦਿਆਂ ਨੂੰ ਬਾਅਦ ਚ ਫੋਨ ਕਰਦੇ, ਪਹਿਲਾਂ ਮਿੱਤਰਾਂ ਨੂੰ ਹੀ ਕਰਦੇ ਆ ਕਿ ਫਲਾਣੇ ਥਾਂ ਪਹੁੰਚੋ, ਇਹ ਭਾਣਾ ਵਾਪਰ ਗਿਆ। ਗੁਰੂ ਸਾਹਿਬ ਸੱਚੇ ਪਿਤਾ ਨੇ ਅੱਜ ਮਿੱਤਰ ਦੀ ਉਦਾਹਰਣੀ ਇਸ ਕਰਕੇ ਦਿੱਤੀ, ਕਈ ਵਾਰੀ ਜੰਮਣ ਵਾਲਿਆਂ ਦਾ ਖਿਆਲ ਨਹੀਂ ਮਿੱਤਰਾਂ ਨੂੰ ਹੁੰਦਾ, ਤੇ ਮਿੱਤਰਾਂ ਨੂੰ ਪਹਿਲਾਂ ਫੋਨ ਖੜਕਦੇ ਆ ਜਦੋਂ ਰੱਬ ਨਾਲ ਸੱਚਾ ਇਸ਼ਕ ਹੋਵੇ ਤੇ ਉਹ ਸਾਡਾ ਸੱਜਣ ਬਣੇ। ਉਦੋਂ ਵੀ ਕੋਈ ਪਾਤਸ਼ਾਹ ਜੀ ਕਹਿੰਦੇ ਵਿਪਤਾ ਆਣ ਬਣੇ, ਉਦੋਂ ਸਿੱਧਾ ਕਨੈਕਸ਼ਨ ਸਾਡਾ ਵਾਹਿਗੁਰੂ ਜੀ ਨਾਲ ਜੁੜਦਾ, ਕਿਉਂਕਿ ਅਸੀਂ ਦਿਨ ਰਾਤ ਵਾਹਿਗੁਰੂ ਜੀ ਨੂੰ ਧਿਆਉਂਦੇ ਆ, ਦਿਨ ਰਾਤ ਵਾਹਿਗੁਰੂ ਜੀ ਨੂੰ ਆਪਣਾ ਮਿੱਤਰ ਮੰਨਦੇ ਆ। ਬਾਬਾ ਕਬੀਰ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ। ਬਾਬਾ ਕਬੀਰ ਜੀ ਨੇ ਇਸ ਸੰਸਾਰ ਦੇ ਅੰਦਰ ਜਿੱਥੇ ਭਗਤੀ ਲਹਿਰ ਨੂੰ ਹੋਰ ਬੜਾਵਾ ਦਿੱਤਾ, ਉੱਥੇ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ, ਨੀਵਿਆਂ ਦੀ ਆਵਾਜ਼ ਨੂੰ ਸੱਚ ਦੀ ਕਚਹਿਰੀ ਦੇ ਅੱਗੇ ਰੱਖ ਕੇ ਪਰਮਾਤਮਾ ਦੇ ਉਪਾਸ਼ਕ ਬਣਾਇਆ। ਜਾਨੋਂ ਮਾਰਨ ਦੀਆਂ ਉਹਨਾਂ ਦੇ ਖਿਲਾਫ ਬੜੀਆਂ ਸਾਜ਼ਿਸ਼ਾਂ ਘੜੀਆਂ ਗਈਆਂ। ਆਖਿਰਕਾਰ ਬਾਬਾ ਕਬੀਰ ਜੀ ਇਹ ਬਾਣੀ ਉਚਾਰਦੇ ਆ ਕਿ ਆਪੇ ਪਾਵਕ ਆਪੇ ਪਵਨਾ, ਜਾਰੈ ਖਸਮ ਤਾਂ ਰਾਖੈ ਕਵਨਾ। ਬਾਬਾ ਜੀ ਕਹਿੰਦੇ ਪ੍ਰਮਾਤਮਾ ਅੱਗ ਤੇਰੇ ਤੋਂ ਵੱਖਰੀ ਨਹੀਂ, ਤੂੰ ਅੱਗ ਦੇ ਸੇਕ ਵਿੱਚ ਵੀ ਆਪ ਹੀ ਹੈ। ਹਵਾ ਦੇ ਵੇਗ ਜਦੋਂ ਤੂਫਾਨ ਬਣਦੇ ਤੇ ਤੋਂ ਵੱਖਰੇ ਨਹੀਂ, ਤੂੰ ਹਰ ਇੱਕ ਉੱਡਦੇ ਹੋਏ ਕਣ ਦੇ ਵਿੱਚ ਆਪੇ। ਤੇ ਜਦੋਂ ਤੂੰ ਸਾੜਨ ਤੇ ਕਬੀਰ ਨੂੰ ਆਵੇ ਤੇ ਫਿਰ ਕੋਈ ਬਚਾ ਨਹੀਂ ਸਕਦਾ। ਜਦੋਂ ਤੂੰ ਤੂਫਾਨ ਬਣ ਕੇ ਝੱਖੜ ਝੁਲਾਣ ਤੇ ਆਵੇਂ ਤੇ ਕੋਈ ਫਿਰ ਸੱਚ ਐਵੇਂ ਬਚਾ ਨਹੀਂ ਸਕਦਾ। ਪਰ ਹਾਂ ਮੈਂ ਇੱਕ ਕਰਮ ਕਰਾਂਗਾ, ਤੂੰ ਭਾਵੇਂ ਸਾੜ ਤੇ ਭਾਵੇਂ ਡੋਬ ਹੁਣ ਮੈਨੂੰ, ਤੂੰ ਭਾਵੇਂ ਹੁਣ ਝੱਖੜਾਂ ਦੇ ਵਿੱਚ ਫਸਾ। ਕਬੀਰ ਦੇ ਜਦੋਂ ਤੱਕ ਸਾਹ ਚੱਲਦੇ ਆ, ਕਬੀਰ ਤੇਰੇ ਚਰਨਾਂ 'ਚ ਜੁੜ ਕੇ ਬਸ ਤੈਨੂੰ ਧਿਆਉਂਦਾ ਰਹੂਗਾ। ਕਿਉਂਕਿ ਇੱਕ ਭਰੋਸਾ ਕਬੀਰ ਜੀ ਨੂੰ, ਕਿਉਂਕਿ ਕਬੀਰ ਜੀ ਨੂੰ ਜਿਉਂਦਿਆਂ ਜੀ ਸਾੜਨ ਦੀ, ਪਾਣੀ 'ਚ ਡੋਬਣ ਦੀ, ਪਤਾ ਨਹੀਂ ਕਿੰਨੀਆਂ ਕੁ ਸਾਜ਼ਿਸ਼ਾਂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਬਾਬਾ ਕਬੀਰ ਦਾ ਨਿਸ਼ਚਾ ਵੇਖੋ। ਬਾਬਾ ਜੀ ਕਹਿੰਦੇ ਕਿ ਆਪੇ ਪਾਵਕ ਆਪੇ ਪਵਨਾ, ਜਾਰੈ ਖਸਮ ਤਾਂ ਰਾਖੈ ਕਵਨਾ। ਰਾਮ ਜਪਤ ਤਨ ਜਰ ਕੀ ਨਾ ਜਾਏ, ਤਨ ਜਰ ਕੀ ਨਾ ਜਾਏ ਦਾ ਭਾਵੇਂ ਤਨ ਸੜਦਾ ਤੇ ਪਏ ਸੜੇ। ਕਬੀਰ ਸਾਹਿਬ ਦਾ ਇੱਕੋ ਹੀ ਟੀਚਾ ਹੈ ਕਿ ਉਹ ਪ੍ਰਮਾਤਮਾ ਦੀ ਭਗਤੀ ਕਰੇਗਾ। ਰਾਮ ਜਪਤ ਤਨ ਜਰ ਕੀ ਨਾ ਜਾਏ, ਰਾਮ ਨਾਮ ਚਿੱਤ ਰਹਿਆ ਸਮਾਏ। ਤੇ ਇੱਥੇ ਬਾਬਾ ਕਬੀਰ ਜੀ ਨੇ ਨਾ ਅਖੀਰ ਤੇ 2 ਬਚਨ ਕਹੇ, ਉਹ ਬਚਨ ਬੜੇ ਮਹਿੰਗੇ। ਕਹੋ ਕਬੀਰ ਅੱਖਰ ਦੋਏ ਭਾਖ। ਬਾਬਾ ਕਬੀਰ ਕਹਿੰਦੇ 2 ਅੱਖਰਾਂ ਨੂੰ ਭਾਖ। ਅਸੀਂ ਕੇਵਲ ਇਹਨਾਂ ਨੂੰ ਇੱਕ ਥਾਂ ਸੀਮਤ ਕੀਤਾ ਕਿ ਰਾਮ ਸ਼ਬਦ ਲਈ 2 ਅੱਖਰ ਕਹੇ, ਖੁਦਾ 'ਚ ਵੀ 2 ਹੀ ਅੱਖਰ ਲੱਗਦੇ, ਰੱਬ 'ਚ ਵੀ 2 ਹੀ ਅੱਖਰ ਲੱਗਦੇ ਆ।
ਅੱਲਾ 'ਚ ਵੀ 2 ਹੀ ਅੱਖਰ ਲੱਗਦੇ ਆ। ਬਾਬਾ ਜੀ ਕਹਿੰਦੇ ਅੱਖਰ ਕੋਈ ਵੀ ਹੋਵੇ, ਉਹਨਾਂ ਅੱਖਰਾਂ ਤੇ ਭਰੋਸਾ ਕਰਕੇ ਰੱਬ ਨੂੰ ਜਪੋ, ਹੋਏਗਾ ਖਸਮ ਤਾਂ ਲਏਗਾ ਰਾਗ। ਹੁਣ ਇਹ ਤੁਕ ਨੂੰ ਜਦੋਂ ਤੁਸੀਂ ਪੜ੍ਹੋ ਨਾ ਤੇ ਮਨ 'ਚ ਇਦਾਂ ਦਾ ਕਿ ਬਾਬਾ ਕਬੀਰ ਨੂੰ ਯਕੀਨ ਨਹੀਂ ਕਿ ਹੋਏਗਾ ਖਸਮ, ਰੱਬ ਹੋਏਗਾ ਤੇ ਰਾਖ ਲੇਗਾ। ਨਹੀਂ, ਇਹ ਅਰਥ ਨਹੀਂ ਹੈ। ਹੋਏਗਾ ਖਸਮ ਤਾਂ ਲਏਗਾ ਰਾਖ ਦਾ ਭਾਵੇ ਕਬੀਰ ਤੂੰ ਬਿਪਤਾ 'ਚ ਸੰਕਟ 'ਚ ਤੂੰ ਰੱਬ ਨੂੰ ਜਪ, ਜੇ ਰੱਬ ਨੂੰ ਮਨਜ਼ੂਰ ਹੋਇਆ ਤੈਨੂੰ ਬਚਾਉਣਾ ਤੇ ਆਪੇ ਆ ਕੇ ਬਚਾ ਲੇਗਾ। ਹੋਏਗਾ ਦਾ ਭਾਵੇ ਜੇ ਉਹਨੂੰ ਮਨਜ਼ੂਰ ਹੋਏਗਾ। ਤੇ ਬਾਬਾ ਕਬੀਰ ਜੀ ਜੋ ਕਹਿ ਰਹੇ, ਗੁਰੂ ਰਾਮਦਾਸ ਅੱਜ ਜੋ ਕਹਿ ਰਹੇ, ਇਹ ਪਹਿਲੀ ਤੁਕ ਹੈ ਕਿ ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਅੱਗੇ ਗੁਰੂ ਜੀ ਨੇ ਕਿਰਪਾ ਕੀਤੀ, ਗੁਰ ਕਿਰਪਾ ਤੇ ਹਰ ਮਨ ਵਸੈ। ਗੁਰੂ ਦੀ ਕਿਰਪਾ ਬਹੁਤ ਜ਼ਰੂਰੀ ਹੈ ਸੰਗਤ ਜੀ, ਵਾਹਿਗੁਰੂ ਜੀ ਤੇ ਨਿਸ਼ਚਾ ਲਿਆਉਣ ਲਈ, ਭਰੋਸਾ ਲਿਆਉਣ ਲਈ। ਤਾਂ ਕਰਕੇ ਇੱਕ ਪੌੜੀ ਗੁਰੂ ਨਾਨਕ ਪਿਤਾ ਜੀ ਬਖਸ਼ਦੇ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਨਾਇਆ। ਸਤਿਗੁਰ ਜੀਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ। ਆ ਤੁਕ ਧਿਆਨ ਨਾਲ ਸੁਣਿਓ। ਸਤਿਗੁਰ ਮਿਲਿਆ ਜਦੋਂ ਗੁਰੂ ਦੀ ਪ੍ਰਾਪਤੀ ਹੋਈ, ਜੀਵਨ ਧਰਮੀ ਬਣਿਆ, ਜੀਵਨ 'ਚ ਨੇਮ ਆ ਗਿਆ, ਇੱਕ ਭੈ ਆ ਗਿਆ, ਇੱਕ ਭਾਉ ਆ ਗਿਆ। ਸਤਿਗੁਰ ਮਿਲਿਆ, ਗੁਰੂ ਨੂੰ ਮਿਲਿਆ ਕੀ ਹੋਇਆ? ਸਤਿਗੁਰ ਮਿਲਿਆ, ਸੱਚ ਪਾਇਆ। ਫਿਰ ਸਾਨੂੰ ਸੱਚ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ, ਵਾਹਿਗੁਰੂ 'ਚ ਅਭੇਦਤਾ ਹੁੰਦੀ। ਗੁਰੂ ਜੀ ਕਹਿੰਦੇ ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ, ਜਿਨੀ ਸੱਚੋ ਸੱਚ ਬੁਝਾਇਆ। ਉਹ ਗੁਰੂ ਤੋਂ ਬਲਿਹਾਰਨੇ ਜਾਈਏ, ਸਦਕੇ ਜਾਈਏ, ਜਿਹਦੀ ਨਦਰ ਦੇ ਨਾਲ ਸੱਚ ਦੀ, ਵਾਹਿਗੁਰੂ ਜੀ ਦੀ ਸੋਝੀ ਹੋਈ। ਕਿਉਂਕਿ ਗੁਰ ਕਿਰਪਾ ਤੇ, ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ, ਗੁਰੂ ਕਿਰਪਾ ਨਾਲ ਹਰ ਮਨ ਵਸੈ। ਵਾਹਿਗੁਰੂ ਜੀ ਅੰਦਰ ਵਸਦੇ ਆ, ਹੋਰਤ ਬਿਦ ਲਿਆ ਨਾ ਜਾਏ। ਤੇ ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਬਖਸ਼ਿਸ਼ ਨਹੀਂ ਮਿਲ ਸਕਦੀ। ਹਰ ਧਨ ਸੰਚੀ ਹੈ ਭਾਈ। ਇਹ ਰਹਾਉ ਦੀਆਂ 2 ਤੁਕਾਂ ਨੇ ਕਿ ਗੁਰੂ ਰਾਮਦਾਸ ਜੀ ਕਹਿੰਦੇ ਨੇ ਹਰ ਇੱਕ ਮਜ਼ਹਬ ਵਰਗ ਦੇ ਜਾਤੀ ਦੇ ਲੋਕਾਂ ਨੂੰ, ਮਨੁੱਖਾਂ ਨੂੰ, ਜੀਵਾਂ ਨੂੰ, ਆਪਣੇ ਗੁਰਸਿੱਖਾਂ ਨੂੰ ਕਿ ਭਾਈ ਜਿੰਨਾ ਹੋ ਸਕੇ ਨਾਮ ਧਨ ਇਕੱਠਾ ਕਰਨਾ ਚਾਹੀਦਾ। ਵਾਹਿਗੁਰੂ ਵਾਹਿਗੁਰੂ ਕਹਿੰਦੇ ਆ, ਨਾਮ ਧਨ ਜਿੰਨਾ ਹੋ ਸਕੇ ਇਕੱਤਰ ਕਰਨਾ ਚਾਹੀਦਾ। ਕਾਹਦੇ ਲਈ? ਜੇ ਹਲਤ ਪਲਤ ਹਰ ਹੋਏ ਸਖਾਈ। ਇੱਥੇ ਜੇ ਦਾ ਭਾਵੇਂ ਜਿਹੜਾ ਨਾਮ ਧਨ ਸਾਡੇ ਹਾਲਤ 'ਚ ਵੀ ਕੰਮ ਆਵੇ, ਪਲਤ 'ਚ ਵੀ ਕੰਮ ਆਵੇ। ਕਈ ਵਾਰੀ ਸਮਾਜ ਦੇ ਅੰਦਰ ਵਿਚਰਦੇ ਆ, ਦੁਨੀਆ ਦੇ ਅੰਦਰ ਵਿਚਰਦੇ ਆ, ਇਹੋ ਜਿਹੀਆਂ ਖੇਡਾਂ ਲੋਕਾਂ ਦੇ ਨਾਲ ਹੁੰਦੀਆਂ ਕਿ ਅਸੀਂ ਆਪ ਕਹਿੰਦੇ ਆ ਇਹਦਾ ਤੇ ਅੱਗੇ ਪਿੱਛੇ ਕੋਈ ਨਹੀਂ ਸੀ, ਰੱਬ ਨੇ ਕੋਈ ਕਿਰਪਾ ਕਰਦੀ। ਆਮ ਕਹਿੰਦੇ ਅਸੀਂ ਇਹਦਾ ਤੇ ਕੁਝ ਬਣਨਾ ਨਹੀਂ ਸੀ, ਇਹ ਤੇ ਗੁਰੂ ਦੇ ਲੜ ਲੱਗਾ ਤੇ ਇਹ ਤੇ ਕਿਰਪਾ ਹੋ ਗਈ। ਸਤਿਗੁਰੂ ਪਿਤਾ ਕਹਿੰਦੇ ਤਾਂ ਹੋਈ, ਗੁਰੂ ਨੇ ਉਹਨੂੰ ਨਾਮ ਧਨ ਦਿੱਤਾ, ਗੁਰੂ ਨੇ ਉਹਨੂੰ ਸੇਵਾ ਸਿਮਰਨ ਦਿੱਤਾ। ਕੋਈ ਹੋਵੇ ਭਾਵੇਂ ਉਹ ਮਰਜ, ਕਹਿੰਦੇ ਜੇ ਹਲਤ ਪਲਤ। ਕਿਉਂਕਿ ਵੇਖੋ ਸੰਗਤ ਜੀ, ਨਾਮ ਦੀਆਂ ਗੱਲਾਂ ਕਰਨੀਆਂ ਤੇ ਨਾਮ ਤੇ ਭਰੋਸਾ ਆ ਜਾਣਾ, ਇਹ ਬੜੀ ਵੱਡੀ ਗੱਲ ਹੁੰਦੀ। ਇਹ ਧਿਆਨ ਨਾਲ ਸੁਣਿਓ। ਕਹਿੰਦੇ 1000 ਆਪਣੇ ਕਹਿ ਲੋ ਕਿ ਜਿਹੜੇ ਸੁਣਨ ਵਾਲੇ ਰੋਜ਼ ਕਥਾ ਸੁਣਨ, ਰੋਜ਼, ਫਿਰ ਉਹਦੇ ਵਿੱਚੋਂ ਕਈ ਸਾਲ ਲੱਗਦੇ ਆ ਤੇ ਇੱਕ ਸਰੋਤਾ ਪੈਦਾ ਹੁੰਦਾ। ਸੁਣਨਾ ਤੇ ਸਰੋਤੇ 'ਚ ਬੜਾ ਫਰਕ ਹੈ। ਪਹਿਲਾਂ ਸੁਣਨਾ ਸ਼ੁਰੂ ਕੀਤਾ, ਸੁਣਦੇ ਬੜੇ, ਅਸੀਂ ਵੀ ਸੁਣਦੇ, ਤੁਸੀਂ ਸੁਣਦੇ ਹੋ, ਦੁਨੀਆ ਕਰੋੜਾਂ ਕਥਾ ਸੁਣਦੀ ਹੈ, ਪਰ ਉਹਨਾਂ ਸੁਣਨ ਵਾਲੇ 'ਚ ਇੱਕ ਸਰੋਤਾ ਪੈਦਾ ਹੁੰਦਾ। ਸਰੋਤਾ 100,000 ਸਰੋਤਾ ਪੈਦਾ ਹੋਵੇ, ਫਿਰ ਉਹਨਾਂ ਸਰੋਤਿਆਂ ਦੇ ਵਿੱਚੋਂ ਕਹਿੰਦੇ ਆ ਕਿ ਇੱਕ ਜਗਿਆਸੂ ਪੈਦਾ ਹੁੰਦਾ, ਜਿਹਦੇ ਅੰਦਰ ਜਗਿਆਸਾ ਜਾਗਦੀ ਕਿ ਜੋ ਮੈਂ ਸੁਣਦਾ ਹੁਣ ਉਹਨੂੰ ਮੈਂ ਅਮਲ 'ਚ ਲੈ ਕੇ ਆਵਾਂ, ਉਹਨੂੰ ਮੈਂ ਕਮਾਵਾਂ। ਕਹਿੰਦੇ ਜਦੋਂ ਜਗਿਆਸਾ ਜਾਗਦੀ, 1000 ਜਗਿਆਸੂ ਇਕੱਠੇ ਕਰੋ ਤੇ ਫਿਰ ਇੱਕ ਸਾਧੂ ਭਗਤ ਪੈਦਾ ਹੁੰਦਾ। ਸਾਧੂ ਦਾ ਭਾਵ ਹੈ ਕੱਲੀ ਜਗਿਆਸਾ ਜਾਗੀ ਕਿ ਮੈਂ ਨਿਤਨੇਮ ਕਰਨਾ, ਜਗਿਆਸਾ ਜਾਗੀ ਮੈਂ ਅੰਮ੍ਰਿਤ ਛਕਣਾ, ਜਗਿਆਸਾ ਜਾਗੀ ਮੈਂ ਰੋਜ਼ ਗੁਰੂ ਘਰ ਮੱਥਾ ਟੇਕਣਾ, ਜਗਿਆਸਾ ਜਾਗੀ ਮੈਂ ਲੋੜਵੰਦਾਂ ਦੀ ਸੇਵਾ ਕਰਨੀ। ਪਰ ਅਜੇ ਸ਼ੁਰੂ ਨਹੀਂ ਕੀਤੀ, ਕੇਵਲ ਜਾਗੀ ਹੈ, ਫੁਰਨਾ ਬਣਦਾ ਪਿਆ। ਮਰਜ ਕਹਿੰਦੇ ਨਹੀਂ, ਜਗਿਆਸੂ ਜਾਗਣ ਤੋਂ ਬਾਅਦ ਜਦੋਂ ਇੱਕ ਸਿਖਰ ਤੇ ਪਹੁੰਚਦਾ, ਭਾਵ 100,000 ਜਗਿਆਸੂਆਂ ਚੋਂ ਇੱਕ ਸਾਧੂ ਨਿਕਲਦਾ ਜਿਹਨੇ ਹੁਣ ਸਾਧਨਾ ਸ਼ੁਰੂ ਕਰਤੀ।
फिर 100,000 साधुआं विचों एक संत बनता है जिन्हें अपने आप को शांत कर लिया। ये बड़ा वड्डा पीरियड हुंदा है। गुरु साहब जी कहते फिर आपां जदों ये नाम धन कमावांगे संगत जी, पहला सुनना शुरू करिए, फिर सरोते बनीए, फिर जगियासा लियाइए कि भाई जिस नाम की गल सुनते हैं करते हैं, बाणी की गल करते हैं सुनते हैं, इस नाम धन नाल जुड़ जाइए। हर होए सखाई, क्योंकि ये हालत ते पलक दे विच सहाई हुंदा है। रहाओ सतगुरु पिता कहते हुणे धन मिलदा कित्थे आ, किहड़ी दुकान आ जिहदे विच गुरु जी ने धन नूं टिकाया कि जाओ उत्थों लै लो जाके। ते गुरु की बाणी कहती सत संगति संग हर धन खट्टी है। जिन्हें भी संगत जी नाम जपना ना, जेड़ा चाहता मेरे हाथ च माला आवे ते मैं 10-10 20 माला मूल मंत्र दियां करा, मैं नितनेम दे वध चौंकड़े लावां, उन्होंने शुरुआत का पहला कदम ये करने पैना, संगत करने पैनी। किसी गुरु घर नाल जुड़िया होवे, किसी शहर पिंड नाल जुड़िया होवे, क्योंकि गुरु पिता ने पहला कदम ही रखिया कि संगत पहला करिए। हुण गुरु रामदास जी कहते सत संगति संग हर धन खट्टी है। संगत च आके ना एक प्रेम पैदा हुंदा है, संगत च आके गुरु की बख्शिश पैदा हुंदी। होरत है होरत उपाय, पर गुरु जी कहते जे मन हठ करके बह जे कि नहीं संगत नहीं करनी, घरे जपांगे, जां कोई लोग कहते नहीं असीं ते फलाने डेरे च जाने आ, मेरे सतगुरु कहते होरत है होरत उपाय हर धन कितै ना पाई। ये धन भाई फिर धानू प्राप्त नहीं होना। हर रतन का व्यापारीआ हर रतन धन विहाजे। जिहड़े नाम की कदर जान जाते संगत जिस कलयुग के अंदर, वो नाम रूपी रतन के व्यापारी बन जाते। वो तो दिन रात फिर वाहिगुरू जी के नाम जदों समा मिलता उदों जपते आ ते उस नाम का व्यापार इकट्ठा करते। इत्थे एक पौड़ी ढुक जाती, एक तुक पढ़ लेंदे, हर रास मेरी मन बन जा रहा। गुरु पिता जी कहते वो ये नाम के व्यापारी बने। पर नाल ही हुण देखो गुरु जी ने की किया, कच्चे के व्यापारी वाक हर धन लया न जाई। इहदे अर्थ दो ने। गुरु जी ने पहले अर्थ ये बख्शिश किए कि आपां ये धन जे ते नाम कमाईए ना, फिर गुरु जी कहते असी कच इकट्ठा कर लिया, हीरे छड्डते, सोना छड्डता। ते दूजे दे अर्थ ये ने कि कच्चियां दे कोल बह के, मान लो कि कोई खुद नितनेमी नहीं, बंदगी वाला नहीं, गुरसिख नहीं, ते जो दे लागे सारी दिहाड़ी बह के गप्पा मार के कहिए मेरे अंदर नाम चल पे, मर्ज कहते वो नहीं चलना। भावें अपने आप को किड्डा गुरु घुमाता होवे, किड्डा डेरा पा के बैठा होए, क्योंकि कच्चा के व्यापारीए वाक वाक कहते उन्हां दे बोलां करके हर धन लिया ना जाई। इत्थे 2-3 प्रमाण सुनियो बड़े टिक के। गुरु ग्रंथ साहब की बाणी के अंदर ना बाबा जी का एक प्रमाण है, हरसो हीरा छाड़ के करे आन की आस ते नर दोजक जाहेंगे सत भाखै रविदास। कहते जिहड़े नाम रूपी हीरे नूं छड्ड दिंदे आ, होर फोकट कर्मां च पैंदे, उन्हां नूं नरकां तो जान तो कोई नहीं बचा सकता। ये गुरु ग्रंथ साहब की बाणी दी विचार है। एक असीं बड़ा महंगा बचन पढ़दे आ, मेरे सतगुरु जी कहते ने काच विहाजन, असी इस संसार दे आए की करन सा रतन कट्ठे करन, कंचन कट्ठे करन, पर काच विहाजन कंचन छाडन, वैरी संग हेत साजन त्याग खरे। वैरियां नाल आपां हेत कीता जो विषय विकार ने, ते जिहड़े सतो गुणी संतोख रूपी साडे अपने सी उन्हां तो असीं दूरी बनाई। हर धन रतन जवे हर मान, हर धनै नाल अमृत वेलै वतै, हर भगती हर लिव लाई। गुरु रामदास जी की बाणी की एक बहुत वड्डी खासियत है कि सतगुरु जी जो वाहिगुरू जी के प्रेम च भेजते रहे आ, सतगुरु की बाणी च इन्नियां लंबियां तुक्कां ने संगत जी कि उन्हां तुक्कां ते विश्राम लाने भी विद्वानां नूं औखे हो जाते। 3-3 4-4 कह लो कि गुरु ग्रंथ साहब की जिहड़ियां तुक्कां ने उन्होंने मिला के एक तुक गुरु रामदास जी ने उचारी। भाव कि प्यार च इन्ने चले जाते रहे कि लंबियां लंबियां तुक्कां उचार दिंदे रहे। जिवें इत्थे ये शब्द के अंदर बड़ियां बड़ियां लंबियां तुक्कां उचारियां गुरु जी ने, पर सारी गल की करते अमृत वेले उठिए नाम रूपी
ਭਗਤੀ ਦਾ ਸਭ ਤੋਂ ਵਧੀਆ ਸਮਾਂ ਜਿਹੜਾ ਨਾ ਸੰਗਤ ਜੀ, ਉਹ ਅੰਮ੍ਰਿਤ ਵੇਲਾ। ਇਹ ਸਮੇਂ ਨੂੰ ਵੱਤਰ ਦਾ ਵੇਲਾ ਮੰਨਿਆ। ਵੱਤਰ ਦਾ ਵੇਲਾ ਕਿਹੜਾ ਹੁੰਦਾ? ਇੱਕ ਜ਼ਮੀਨ ਜਿਹੜੀ ਐ ਪੱਧਰੀ ਪਈ ਹੋਵੇ, ਉਹਨੂੰ ਵਾਹੀ ਕੀਤੀ ਜਾਂਦੀ, ਪਾਣੀ ਲਾਇਆ ਜਾਂਦਾ, ਕਿੰਨਾ ਕੁਝ ਕੀਤਾ ਜਾਂਦਾ ਨਾ, ਫਿਰ ਉਹ ਜ਼ਮੀਨ ਨੂੰ ਕਿਸਾਨ ਏਦਾਂ ਹੀ ਛੱਡ ਦਿੰਦਾ। ਅੰਮ੍ਰਿਤ ਵੇਲੇ ਉੱਠਦਾ ਤੇ ਆਪਣੇ ਘਰੋਂ ਫਿਰ ਬੀ ਲੈ ਕੇ ਜਾਂਦਾ ਤੇ ਉਹਨੂੰ ਕਹਿੰਦੇ ਆ ਕਿ ਤੂੰ ਦੁਪਹਿਰੇ ਪਾਈ। ਉਹ ਕਹਿੰਦਾ ਨਹੀਂ, ਅੰਮ੍ਰਿਤ ਵੇਲੇ ਹੁਣ ਜ਼ਮੀਨ ਵੱਤਰ ਤੇ ਆਈ ਆ ਸਮੇਂ ਜੇ ਮੈਂ ਬੀ ਧਰਤੀ ਤੇ ਪਾਤਾ ਤੇ ਮੈਨੂੰ ਫਸਲ ਬੜੀ ਰੱਬ ਨੇ ਦੇਣੀ, ਕਿਉਂਕਿ ਇੱਕ ਕਰਮ ਹੈ ਹਰ ਚੀਜ਼ ਦਾ। ਇਸੇ ਤਰ੍ਹਾਂ ਭਾਵੇਂ ਮੈਂ ਆ ਭਾਵੇਂ ਤੁਸੀਂ ਨਿਤਨੇਮ ਬੇਸ਼ੱਕ ਕਰੀਏ, ਤੇ ਜੇ ਅਸੀਂ 9 ਵਜੇ 12 ਵਜੇ ਕਰਦੇ ਨਹੀਂ ਤਾਂ ਫਲ ਨਹੀਂ ਮਿਲਣਾ, ਜ਼ਰੂਰ ਮਿਲਣਾ, ਉਹਦਾ ਫਲ ਘਟ ਜਾਣਾ। ਇਹੋ ਜਿਹੀ ਅਸੀਂ ਗੁਰੂ ਦੀ ਗੱਲ ਮੰਨ ਕੇ 3 ਤੋਂ 6 ਵਜੇ ਸਾਡਾ ਜਿਹੜਾ ਨੇਮ ਦਾ ਵੇਲਾ, ਇਹਦੇ ਵਿੱਚ ਨਿਤਨੇਮ ਕਰ ਲਈਏ, ਉਹੀ ਫਲ ਵੱਧ ਜਾਣਾ। ਇੱਥੋਂ ਤੱਕ ਮਹਾਂਪੁਰਖਾਂ ਨੇ ਮੰਨਿਆ 1 ਤੋਂ 2 ਇਸ਼ਨਾਨ ਕਰਨਾ, ਰੋਜ਼ ਉੱਠ ਕੇ ਨਿਤਨੇਮ 'ਚ ਹਾਜ਼ਰੀ ਲਾਉਣੀ, ਮੂਲ ਮੰਤਰ 'ਚ ਰੱਬ ਨੂੰ ਸੋਨਾ ਭੇਂਟ ਕਰਨ ਦੇ ਬਰਾਬਰ ਹੈ। ਜੇ ਆਪਾਂ ਗ੍ਰਸਤੀਆਂ 3 ਤੋਂ 6 ਉੱਠਦੇ ਆ, ਇਸ਼ਨਾਨ ਕਰਕੇ ਨੇਮ ਪ੍ਰੇਮ ਚਾਹੁੰਦੇ ਆ, ਰੋਜ਼ ਰੱਬ ਨੂੰ ਕਿਲੋਆਂ ਮੂੰਹ ਚਾਂਦੀ ਦਾਨ ਕਰਦੇ ਆ। ਤੇ ਜਿਹੜੇ ਸੂਰਜ ਮੂੰਹ ਉੱਠਦੇ ਆ, ਸੱਚ ਜਾਣੇ, ਉਹ ਤਾਂ ਮਹਾਂਪੁਰਖ ਕਹਿੰਦੇ ਨੇ ਨਾ ਕਾਂਸੀ ਤੇ ਨਾ ਤਾਂਬਾ। ਸੋ ਇਸ ਕਰਕੇ ਜ਼ਰੂਰ ਕੋਸ਼ਿਸ਼ ਕਰੋ, ਜਦੋਂ ਸਰੀਰ ਤੰਦਰੁਸਤ ਹੋਵੇ, ਨੇਮ 'ਚ ਬਾਣੀ ਪੜ੍ਹ ਕੇ ਵੇਖੋ। ਨੇਮ 'ਚ ਬਾਣੀ ਪੜ੍ਹਿਆ ਜ਼ਿੰਦਗੀ ਦੇ ਕਾਰਜ ਰਾਸ ਹੁੰਦੇ ਆ। ਇਹ ਦੁਪਹਿਰੇ ਜੇ ਨਿਤਨੇਮ ਕਰੀਏ ਨਾ ਤੇ ਅਰਦਾਸ ਜ਼ਰੂਰ ਕਰਿਆ ਕਰੋ, ਸਤਿਗੁਰੂ ਤੇਰਾ ਸ਼ੁਕਰ ਹੈ ਤੂੰ ਮੇਰੇ ਤੋਂ ਬਾਣੀ ਪੜ੍ਹਾਈ, ਪਰ ਇੱਕ ਕਿਰਪਾ ਹੋਰ ਕਰ, ਮੈਨੂੰ ਅੰਮ੍ਰਿਤ ਵੇਲੇ ਦੀ ਕਿਤੇ ਬਾਣੀ ਇਹੋ ਨਿਤਨੇਮ ਮੇਰਾ ਅੰਮ੍ਰਿਤ ਵੇਲੇ ਲੈ ਜਾ। ਕਿਉਂਕਿ ਅੱਜ ਗੁਰੂ ਰਾਮਦਾਸ ਜੀ ਇਹ ਕਿਰਪਾ ਕਰ ਰਹੇ। ਸਤਿਗੁਰੂ ਕਹਿੰਦੇ ਹਰ ਧਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ। ਸੰਗਤ ਜੀ, ਜਿਹੜੇ ਵੀ ਭਾਵੇਂ ਉਹ ਹਿੰਦੂ ਆ, ਮੁਸਲਿਮ ਆ, ਅਸੀਂ ਆ, ਕੋਈ ਹੋਵੇ, ਨਾਮ ਧਨ ਬਾਣੀ ਧਨ ਆਪਣੇ ਧਰਮਾਂ ਦੇ ਗ੍ਰੰਥਾਂ ਦਾ ਬੀਜਿਆ ਹੋਇਆ ਸ਼ਬਦ ਜਿਹੜੇ ਅੰਮ੍ਰਿਤ ਵੇਲੇ ਬੀਜਣਗੇ, ਗੁਰੂ ਜੀ ਕਹਿੰਦੇ ਸਾਰੀ ਉਮਰ ਉਸ ਨਾਮ ਧਨ ਤੋਂ ਮਿਲਣ ਵਾਲੇ ਸੁੱਖ ਵਰਤਦੇ ਰਹੋ, ਮੁੱਕਣਗੇ ਨਹੀਂ, ਕਦੇ ਕਦੇ ਨਹੀਂ ਮੁੱਕਣਗੇ। ਅਸੀਂ 2 ਮਿੰਟ ਵੱਧ ਹੱਸ ਲਈਏ ਨਾ, ਆਮ ਖਿਆਲ ਬਣਿਆ ਨਾ ਸਾਡਾ, ਬਹੁਤਾ ਨਾ ਹੱਸੋ, ਮਾੜੀ ਖਬਰ ਨਾ ਸੁਣਨ ਨੂੰ ਮਿਲ ਜੇ, ਆਮ ਚੁੱਪ ਕਰਾ ਦਿੰਨੇ, ਬਹੁਤਾ ਨਾ ਹੱਸੋ, ਐਵੇਂ ਕੋਈ ਬੁਰੀ ਖਬਰ। ਕਿਉਂਕਿ ਸਾਨੂੰ ਪਤਾ ਸਾਡੇ ਸੁੱਖਾਂ 'ਚ ਹਾਸਿਆਂ 'ਚ ਇੱਕ ਡਰ ਬੈਠਾ ਹੈ, ਪਰ ਜਿਹੜਾ ਸਾਨੂੰ ਬਾਣੀ ਨੇ ਆਨੰਦ ਦੇਣਾ ਨਾ, ਉਹਦੇ ਵਿੱਚ ਫਿਰ ਰੰਗ ਹੱਸੈ ਰੰਗ ਰੋਵੈ ਵਾਲੀ ਕਿਰਪਾ। ਗੁਰੂ ਜੀ ਕਹਿੰਦੇ ਭਗਤ ਖਾਏ ਖਰਚ ਰਹੇ ਨਿਖੁਟੈ ਨਾਹੀ। ਉਹ ਧਨ ਤੋਂ ਮਿਲਿਆ ਸੁੱਖ ਕਦੇ ਨਹੀਂ ਮੁੱਕਦਾ ਜੀ। ਹਲਤ ਪਲਤ ਹਰ ਧੰਨੈ ਕੀ। ਧੰਨੈ ਇੱਥੇ ਧੰਨੇ ਭਗਤ ਦੀ ਗੱਲ ਨਹੀਂ ਕੀਤੀ ਜਾ ਰਹੀ, ਨਾਮ ਰੂਪੀ ਧੰਨੈ ਕੀ। ਨਾਮ ਦੀ ਜਿਹੜੀ ਵਡਿਆਈ ਆ, ਜਿਹੜੀ ਭਗਤਾਂ ਨੂੰ ਮਿਲੀ, ਇਹ ਤਾਂ ਸੰਗਤ ਜੀ ਜਾ ਕੇ ਪਤਾ ਲੱਗਦਾ। ਸਤਿਗੁਰੂ ਪਿਤਾ ਜੀ ਕਿਰਪਾ ਕਰਦੇ, ਭਗਤਾਂ ਕੋ ਮਿਲੀ ਵਡਿਆਈ, ਭਗਤਾਂ ਦੇ ਹਿੱਸੇ ਆਈ। ਹਰ ਧਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ। ਇਹ ਨਾਮ ਧਨ ਨਿਰਭਉ ਹੈ, ਅਸਥਿਰ ਹੈ, ਕਿਤੇ ਜਾਂਦਾ ਨਹੀਂ। ਇਹ ਹਰ ਤਨ ਅਗਨੀ ਤਸਕਰੈ ਪਾਣੀਏ, ਜਮਦੂਤੈ ਕਿਸੈ ਕਾ ਗਵਾਇਆ ਨਾ ਜਾਈ। ਸੌਖੇ ਅਰਥ ਨੇ ਇਸ ਤੁਕ ਦੇ ਕਿ ਇਹ ਧਨ ਨੂੰ ਚੋਰ ਚੁਰਾ ਨਹੀਂ ਸਕਦਾ, ਇਹ ਧਨ ਨੂੰ ਪਾਣੀ ਡੋਬ ਨਹੀਂ ਸਕਦਾ, ਇਹ ਧਨ ਨੂੰ ਜਮਦੂਤ ਜਿਹੜੇ ਟੈਕਸ ਨਹੀਂ ਲਾ ਸਕਦੇ। ਤੇ ਇੱਕ ਹੋਰ ਅੱਗੇ ਕਿਰਪਾ ਕੀਤੀ, ਹਰ ਧਨ ਕੋ ਉਚੱਕਾ ਨੇੜ ਨਾ ਹੋਵੇ। ਇਹ ਉਚੱਕਾ ਚੋਰਾਂ ਵਿੱਚ ਤੇ ਡਾਕੇ ਮਾਰਨ ਵਾਲਿਆਂ ਵਿੱਚ ਬੜਾ ਫਰਕ ਹੁੰਦਾ। ਚੋਰ ਚੋਰੀ ਕਰਨ ਲੁਕ ਕੇ ਆਂਦਾ, ਤੇ ਡਾਕੇ ਮਾਰਨ ਵਾਲੇ ਅੱਗਿਓਂ ਸਾਰੇ ਸਾਹਮਣੇ ਹੋ ਕੇ ਘੇਰਦੇ ਆ ਕਿ ਕੱਢਦੇ ਜੋ ਹੈਗਾ। ਮਹਾਰਾਜ ਕਹਿੰਦੇ ਇਹਨੂੰ ਡਾਕਾ ਵੀ ਨਹੀਂ ਪੈਣਾ ਤੇ ਇਹਨੂੰ ਚੋਰ ਵੀ ਨਹੀਂ ਚੋਰੀ ਕਰਨ ਆਣਗੇ। ਜਮ ਜਗਾਤੀ, ਜਗਾਤੀ ਦੇ ਅਰਥ ਕੀ ਨੇ? ਇਹਨੂੰ ਇਹ ਜਿਹੜੇ ਜੰਮਾਂ ਦੇ ਮਾਰ, ਜੰਮਾਂ ਦਾ ਰਾਹ, ਇਹ ਟੈਕਸ, ਇਹ ਜਜੀਆ, ਇਹ ਸਭ ਮੁੱਕ ਜਾਂਦਾ। ਡੰਡ ਨਾ ਲਗਾਈ, ਸਾਖਤੀ ਪਾਪ ਕਰਕੇ ਵਿਖਿਆ ਧਨ ਸੰਚਿਆ। ਪਰ ਕੁਝ ਇਸ ਸੰਸਾਰ ਤੇ ਆਏ, ਸਾਖਤ ਰਹਿ ਗਏ, ਵਾਹਿਗੁਰੂ ਜੀ ਤੋਂ ਭੁੱਲੇ ਰਹਿ ਗਏ, ਪਾਪਾਂ ਦੇ ਰਾਹ ਪੈ ਗਏ। ਵਿਖਿਆ ਦਾ ਧਨ ਇਕੱਠਾ ਕੀਤਾ, ਤਿੰਨਾ ਇੱਕ ਵਿਖ ਨਾਲ ਨਾ ਜਾਈ। ਮਹਾਰਾਜ ਕਹਿੰਦੇ ਇੱਕ ਟਕਾਣੀ ਨਾਲ ਜਾਣਾ ਭਾਈ। ਇਸ ਕਰਕੇ ਹਲਤੈ ਵਿੱਚ ਸਾਖਤ ਦੁਹੇਲੇ ਭਏ। ਉਹਨਾਂ ਦਾ ਜੀਵਨ ਇੱਥੇ ਵੀ ਦੁਖੀ ਬਤੀਤ ਹੋਇਆ, ਟੈਨਸ਼ਨਾਂ 'ਚ ਬਤੀਤ ਹੋਇਆ। ਜਦੋਂ ਉਹਨਾਂ ਨੂੰ ਮਿਲੇ, ਮੱਥੇ ਤੇ ਤੂੜੀਆਂ ਪਾ ਕੇ ਉਹ ਮਿਲੇ, ਹਾਏ ਮਰ ਗਏ, ਲੁੱਟੇ ਗਏ। ਗੁਰੂ ਜੀ ਕਹਿੰਦੇ ਕਿਉਂ ਹੋਇਆ? ਕਿਉਂਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ।
इस करके कि हरतै विच साकत दुहेले, इस संसार च भी वो दुहेले ही होके जिंदगी भोगे। हथों छुड़क गया अगे पलत, वेखो दो घाटे पै गए ना। जपजी साहब इको ही सी, उन्हें लोक भी सवारना सी ते परलोक भी पढ़िया नहीं, लोक भी दुखों च बतीत होया ते परलोक दा राह भी भुला के पै गया। रब ने सुट दे जूना च फिर उन्हां रूहां नूं। गुरु जी कहंदे हथों छुड़क गया, भाई हुण तां तेरे हथों मौका लंघ गया। साकत हर दरगह टोई ना पाई, साकतां नूं रब अपने घर थां नहीं दिंदा। इस हर धन का शाह हर आप है संतो। वाहिगुरु जी सतगुरु नानक जी इस धन का मालिक है, जिसनों दे सो हर धन लद चलाई। जिन्हां गुरसिखां नूं तुहाडे वर्गियां नूं गुरु जी ने नाम दा, बाणी दा, सहज पाठ दा, गुरु घर दे प्रेम दा, लोड़वंदां दी सेवा दा, चंगे अमल कमाउण दा ये धन दिता ना, ये उही कमा सकदा, क्योंकि ये गुरु दी बख्शिश तो बिना कुछ नहीं। संगत जी गुरु जी कहंदे अखीर ते इस हर धन धन्ने का टोटा कदे ना होवे। बस ये गल अज लैके जानी इत्थों आपां कि खावे खर्चे रल मिल भाई, तोड़ ना होवे वध हो जाए, इनू टोटा नहीं होना। गुरु साहब सच्चे पिता कहंदे तां वधदा जांदा है। ये सतगुरु जी सोझी कौन दे रहे ने? जन नानक को गुर सोझी पाई। गुरु रामदास जी कहंदे सानू भी सारी संगत नूं, सारी दुनिया नूं ये सोझी गुरु नानक दे पिता जी दे रहे ने। सो जरूर समा कढिए। इस संसार ते हर दिन अखीर मन के जदों आपां भोगांगे, अपने नेम चावांगे, वाहिगुरु जी दे सिमरन चावांगे। सतगुरु सानू सारिआं नूं अपने दर घर दा प्यार आप बख्शिश कर। मुख वाक लंबेरा सी थोड़ा, 5 मिनट वध लगे। वाहिगुरु जी का खालसा, वाहिगुरु जी की फतेह। सतनाम।